ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਧਰਮਕੋਟ ਨਾਮ ਦੇ ਇੱਕ ਪਿੰਡ ਵਿੱਚ ਮਨੋਹਰ ਨਾਮ ਦਾ ਇੱਕ ਪੰਡਤ ਰਹਿੰਦਾ ਸੀ ਤੇ ਉਹ ਪਿੰਡ ਦੇ ਹੀ ਮੰਦਿਰ ਵਿੱਚ ਪ੍ਰੋਹਿਤ ਦਾ ਕੰਮ ਕਰਦਾ ਸੀ। ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਭਗਵਾਨ ਦੇ ਦਰਸ਼ਨ ਕਰਵਾਉਣਾ, ਪ੍ਰਸ਼ਾਦ ਦੇਣਾ ਤੇ ਲੋਕਾਂ ਨੂੰ ਬੁਰਾਈ ਛੱਡ ਅੱਛਾਈ ਦੇ ਰਸਤੇ ਤੇ ਚੱਲਣ ਤੇ ਦੀਨ ਦੁਖੀਆਂ ਦੀ ਮਦਦ ਕਰਨ ਦੇ ਲਈ ਪ੍ਰੇਰਿਤ ਕਰਨਾ, ਇਹ ਸਭ ਉਸ ਦਾ ਕੰਮ ਸੀ। ਪੰਡਤ ਜੀ ਹਮੇਸ਼ਾ ਦੀਨ ਦੁਖੀਆਂ ਦੀ ਮਦਦ ਕਰਿਆ ਕਰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਦੀਨ ਦੁਖੀਆਂ ਜਾਂ ਲੋੜਵੰਦਾਂ ਦੀ ਮਦਦ ਕਰਨ ਨਾਲੋਂ ਵੱਡਾ ਹੋਰ ਕੋਈ ਵੀ ਪੁੰਨ ਦਾ ਕੰਮ ਨਹੀਂ। ਪੰਡਤ ਜੀ ਪਿੰਡ ਦੇ ਸਾਰੇ ਲੋਕਾਂ ਨੂੰ ਸਵੇਰ ਦੇ ਸਮੇਂ ਕਥਾ ਸੁਣਾਇਆ ਕਰਦੇ ਸੀ। ਹਮੇਸ਼ਾ ਹੀ ਉਹਨਾਂ ਦੀ ਕਥਾ ਦਾ ਸਾਰ ਸੱਚ ਦੇ ਰਾਹ ਤੇ ਚੱਲਣ ਦੇ ਲਈ ਹੁੰਦਾ ਸੀ। ਉਹ ਲੋਕਾਂ ਨੂੰ ਹਮੇਸ਼ਾ ਹੀ ਸੱਚ ਬੋਲਣ ਤੇ ਸੱਚ ਦੇ ਰਾਹ ਤੇ ਚੱਲਣ ਦੇ ਲਈ ਪ੍ਰੇਰਿਤ ਕਰਿਆ ਕਰਦੇ ਸੀ ਤੇ ਉਹ ਖੁਦ ਵੀ ਝੂਠ ਨਹੀਂ ਬੋਲਦੇ ਸੀ। ਇਸ ਲਈ ਸਾਰੇ ਪਿੰਡ ਵਾਲਿਆਂ ਨੂੰ ਪਤਾ ਸੀ ਕਿ ਪੰਡਤ ਜੀ ਇੱਕ ਸੱਤਿਆਵਾਦੀ ਇਨਸਾਨ ਹਨ। ਪਿੰਡ ਦੇ ਹੀ ਮੰਦਿਰ ਵਿੱਚ ਇੱਕ ਗਊਸ਼ਾਲਾ ਸੀ ਜਿਸ ਵਿੱਚ ਤਕਰੀਬਨ 20 ਗਾਵਾਂ ਸਨ। ਗਊਸ਼ਾਲਾ ਦਾ ਸਾਰਾ ਪ੍ਰਬੰਧ ਪੰਡਤ ਜੀ ਖੁਦ ਹੀ ਕਰਿਆ ਕਰਦੇ ਸੀ ਤੇ ਉਸੇ ਹੀ ਪਿੰਡ ਦਾ ਰਹਿਣ ਵਾਲਾ ਇੱਕ ਕਿਸਾਨ ਜਿਸ ਦਾ ਨਾਮ ਰਾਮ ਲਾਲ ਸੀ, ਉਹ ਵੀ ਪਰਮਾਤਮਾ ਨੂੰ ਬਹੁਤ ਮੰਨਦਾ ਸੀ, ਪਰ ਉਹ ਗਰੀਬੀ ਦੇ ਨਾਲ ਜੂਝ ਰਿਹਾ ਸੀ। ਰਾਮ ਲਾਲ ਖੇਤੀ ਕਰਕੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਗੁਜ਼ਾਰਾ ਕਰਦਾ ਸੀ। ਉਸ ਦਾ ਖੇਤ ਜ਼ਿਆਦਾ ਵੱਡਾ ਨਹੀਂ ਸੀ, ਪਰ ਉਹ ਮਿਹਨਤ ਵਿੱਚ ਵਿਸ਼ਵਾਸ ਰੱਖਦਾ ਸੀ। ਪਰ ਇਸ ਵਾਰੀ ਪੱਕੀ ਫਸਲ ਤੇ ਗੜੇਮਾਰੀ ਹੋਣ ਦੇ ਕਾਰਨ ਉਸ ਦੀ ਸਾਰੀ ਫਸਲ ਬਰਬਾਦ ਹੋ ਗਈ ਸੀ ਤੇ ਰਾਮ ਲਾਲ ਦੇ ਤਾਂ ਪਹਿਲਾਂ ਹੀ ਫਟੇ ਹਾਲ ਸੀ। ਉੱਪਰੋਂ ਉਸ ਦੀ ਇੱਕੋ ਇੱਕ ਉਮੀਦ ਫਸਲ ਖਰਾਬ ਹੋਣ ਦੇ ਕਾਰਨ ਟੁੱਟ ਗਈ ਸੀ। ਉਸ ਦਾ ਬੁਰਾ ਹਾਲ ਹੋ ਗਿਆ। ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹ ਅੰਨ ਦੇ ਦਾਣੇ ਦਾਣੇ ਦੇ ਲਈ ਤਰਸਣ ਲੱਗਾ। ਆਪਣਾ ਆਪ ਤਾਂ ਉਹ ਕਿਸੇ ਤਰ੍ਹਾਂ ਸੰਭਾਲ ਹੀ ਰਿਹਾ ਸੀ, ਪਰ ਉਸਦੇ 2 ਬੱਚੇ ਭੁੱਖ ਦੇ ਨਾਲ ਵਿਲਕ ਰਹੇ ਸੀ। ਪੂਰੇ ਪਿੰਡ ਵਿੱਚੋਂ ਕੋਈ ਵੀ ਐਸਾ ਨਹੀਂ ਸੀ ਜੋ ਰਾਮ ਲਾਲ ਦੀ ਸਹਾਇਤਾ ਕਰ ਸਕੇ ਤੇ ਜੋ ਉਸਦੇ ਆਪਣੇ ਸਕੇ ਯਾਨੀ ਸ਼ਰੀਕ ਸਨ, ਉਸ ਨੂੰ ਭੁੱਖੇ ਮਰਦਿਆਂ ਦੇਖ ਕੇ ਬਹੁਤ ਖੁਸ਼ ਸਨ। ਰਾਮ ਲਾਲ ਤੋਂ ਆਪਣੇ ਬੱਚਿਆਂ ਨੂੰ ਭੁੱਖ ਨਾਲ ਵਿਲਕਦੇ ਦੇਖਿਆ ਨਹੀਂ ਗਿਆ ਤੇ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਸਭ ਕੁਝ ਸਹਿਣ ਕਰ ਸਕਦਾ ਹਾਂ, ਪਰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਭੁੱਖ ਨਾਲ ਵਿਲਕਦੇ ਨਹੀਂ ਦੇਖ ਸਕਦਾ। ਮੈਂ ਸਾਰਿਆਂ ਤੋਂ ਮਦਦ ਮੰਗ ਕੇ ਦੇਖ ਲਈ, ਪਰ ਕੋਈ ਵੀ ਮੇਰੀ ਮਦਦ ਦੇ ਲਈ ਤਿਆਰ ਨਹੀਂ ਹੋਇਆ। ਹੁਣ ਮੈਨੂੰ ਉਹ ਕਰਨਾ ਪਵੇਗਾ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ। ਪਤਨੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ? ਤਾਂ ਰਾਮ ਲਾਲ ਨੇ ਕਿਹਾ ਕਿ ਮੈਂ ਅੱਜ ਰਾਤ ਨੂੰ ਮੰਦਿਰ ਦੀ ਗਊਸ਼ਾਲਾ ਵਿੱਚ ਜਾਵਾਂਗਾ ਤੇ ਉੱਥੋਂ ਇੱਕ ਗਾਂ ਖੋਲ ਕੇ ਲੈ ਆਵਾਂਗਾ ਤੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਵਾਂਗਾ। ਪਤਨੀ ਨੇ ਕਿਹਾ ਕਿ ਇਹ ਤਾਂ ਚੋਰੀ ਹੈ, ਇਹ ਤਾਂ ਪਾਪ ਹੈ। ਰਾਮ ਲਾਲ ਬੋਲਿਆ, ਪੇਟ ਦੀ ਅੱਗ ਦੇ ਅੱਗੇ ਸਾਰਾ ਕੁਝ ਜਾਇਜ਼ ਹੈ। ਕੀ ਪਾਪ, ਕੀ ਪੁੰਨ, ਕੀ ਚੋਰੀ? ਮੈਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਭੁੱਖੇ ਮਰਦੇ ਨਹੀਂ ਦੇਖ ਸਕਦਾ। ਪਤਨੀ ਬੋਲੀ, ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਸਾਡੀ ਬਹੁਤ ਬਦਨਾਮੀ ਹੋਵੇਗੀ। ਰਾਮ ਲਾਲ ਬੋਲਿਆ, ਮੈਂ ਤਾਂ ਉਸ ਪਰਮਾਤਮਾ ਤੇ ਭਰੋਸਾ ਕਰਦਾ ਹਾਂ, ਜੇ ਉਹ ਮੇਰੀ ਬਦਨਾਮੀ ਕਰਵਾਉਣੀ ਚਾਹੁੰਦਾ ਹੈ ਤਾਂ ਇਹੀ ਸਹੀ। ਤੇ ਰਾਮ ਲਾਲ ਚੁੱਪ ਚਪੀਤੇ ਰਾਤ ਨੂੰ ਮੰਦਿਰ ਦੀ ਗਊਸ਼ਾਲਾ ਵਿੱਚ ਗਿਆ ਤੇ ਉੱਥੋਂ ਇੱਕ ਗਾਂ ਨੂੰ ਖੋਲ ਕੇ ਆਪਣੇ ਘਰ ਲੈ ਆਇਆ। ਉਸਨੇ ਆਪਣੇ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਇਆ। ਬੱਚਿਆਂ ਨੇ ਪੇਟ ਭਰ ਕੇ ਦੁੱਧ ਪੀਤਾ ਤੇ ਉਹ ਸੌਂ ਗਏ। ਰਾਮ ਲਾਲ ਨੇ ਗਾਂ ਨੂੰ ਇੱਕ ਕਮਰੇ ਵਿੱਚ ਬੰਨ੍ਹ ਦਿੱਤਾ ਤਾਂ ਕਿ ਕੋਈ ਉਸ ਨੂੰ ਦੇਖ ਨਾ ਸਕੇ, ਪਰ ਉੱਪਰੀ ਜਗ੍ਹਾ ਹੋਣ ਦੇ ਕਾਰਨ ਗਾਂ ਨੇ ਅੜਿੰਗਣਾ ਸ਼ੁਰੂ ਕਰ ਦਿੱਤਾ ਤੇ ਸਵੇਰ ਹੁੰਦੇ ਨਾਲ ਹੀ ਸ਼ਰੀਕਾਂ ਨੂੰ ਪਤਾ ਲੱਗ ਗਿਆ ਕਿ ਰਾਮ ਲਾਲ ਦੇ ਘਰ ਇੱਕ ਗਾਂ ਹੈ। ਉਹਨਾਂ ਨੇ ਸੋਚਿਆ ਕਿ ਰਾਤੋਂ ਰਾਤ ਇਹ ਗਾਂ ਆਈ ਕਿੱਥੋਂ, ਤੇ ਰਾਮ ਲਾਲ ਦੀ ਭਰਜਾਈ ਗੁੱਡੋ ਨੂੰ ਮੰਦਿਰ ਦੀ ਗਾਂ ਦੀ ਪਹਿਚਾਣ ਸੀ। ਉਸਨੇ ਫੱਟ ਹੀ ਗਾਂ ਨੂੰ ਦੇਖ ਕੇ ਪਹਿਚਾਣ ਲਿਆ ਕਿ ਇਹ ਮੰਦਿਰ ਦੀ ਗਾਂ ਹੈ। ਤਾਂ ਸਾਰੇ ਸ਼ਰੀਕ ਇਕੱਠੇ ਹੋ ਕੇ ਪੰਡਤ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ ਮੰਦਿਰ ਦੀ ਗਊਸ਼ਾਲਾ ਦੇ ਵਿੱਚੋਂ ਇੱਕ ਗਾਂ ਚੋਰੀ ਹੋਈ ਹੈ, ਜੋ ਸਾਡੇ ਸ਼ਰੀਕੇ ਵਿੱਚ ਪੈਂਦੇ ਰਾਮ ਲਾਲ ਨੇ ਚੋਰੀ ਕੀਤੀ ਹੈ। ਜਦੋਂ ਪੰਡਤ ਨੇ ਜਾ ਕੇ ਦੇਖਿਆ ਤਾਂ ਗੱਲ ਸੱਚ ਨਿਕਲੀ, ਇੱਕ ਗਾਂ ਘੱਟ ਸੀ। ਸਾਰੇ ਸ਼ਰੀਕੇ ਵਾਲੇ ਪੰਡਤ ਨੂੰ ਉਕਸਾਉਣ ਲੱਗੇ ਕਿ ਉਹ ਪੰਚਾਇਤ ਇਕੱਠੀ ਕਰਨ ਤੇ ਰਾਮ ਲਾਲ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ। ਉਹਨਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਪੰਡਤ ਨੂੰ ਰਾਮ ਲਾਲ ਦੇ ਖਿਲਾਫ ਬਹੁਤ ਭੜਕਾਇਆ। ਉਹਨਾਂ ਨੇ ਕਿਹਾ ਕਿ ਤੁਸੀਂ ਰਾਮ ਲਾਲ ਨੂੰ ਉਸਦੇ ਕੀਤੇ ਦੀ ਸਜ਼ਾ ਜ਼ਰੂਰ ਦਿਵਾਓ। ਇਸ ਦੀ ਹਿੰਮਤ ਕਿਵੇਂ ਪੈ ਗਈ ਚੋਰੀ ਕਰਨ ਦੀ, ਉਹ ਵੀ ਮੰਦਿਰ ਦੇ ਵਿੱਚ? ਤੁਸੀਂ ਗਊਸ਼ਾਲਾ ਦੀ ਦੇਖ-ਰੇਖ ਕਰਦੇ ਹੋ ਤੇ ਪੰਚਾਇਤ ਵੀ ਤੁਹਾਡੀ ਹੀ ਗੱਲ ਮੰਨੇਗੀ। ਪੰਡਤ ਜੀ ਨੇ ਵੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ ਕਿ ਹਾਂ, ਐਸੇ ਆਦਮੀ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ। ਤੇ ਫਿਰ ਉਸੇ ਹੀ ਦਿਨ ਪੰਚਾਇਤ ਬੁਲਾਈ ਗਈ ਤੇ ਰਾਮ ਲਾਲ ਨੂੰ ਪੰਚਾਇਤ ਵਿੱਚ ਸੱਦਿਆ ਗਿਆ ਤੇ ਪਿੰਡ ਵਾਲੇ, ਪੰਡਤ ਤੇ ਰਾਮ ਲਾਲ ਦੇ ਸ਼ਰੀਕ ਤਾਂ ਉੱਥੇ ਪਹਿਲਾਂ ਹੀ ਮੌਜੂਦ ਸਨ। ਉਹਨਾਂ ਵਿੱਚ ਹਜੇ ਘੁਸਰ-ਫੁਸਰ ਚੱਲ ਹੀ ਰਹੀ ਸੀ। ਰਾਮ ਲਾਲ ਮਨ ਹੀ ਮਨ ਪਛਤਾ ਰਿਹਾ ਸੀ ਤੇ ਪ੍ਰਮਾਤਮਾ ਨੂੰ ਅਰਦਾਸ ਕਰ ਰਿਹਾ ਸੀ ਕਿ ਪ੍ਰਮਾਤਮਾ, ਮੈਂ ਤਾਂ ਨੀਤ ਵੀ ਮਾੜੀ ਨਹੀਂ ਰੱਖੀ ਸੀ, ਤੇਰੀ ਇੰਨੀ ਭਗਤੀ ਵੀ ਕੀਤੀ ਸੀ, ਪਰ ਮਜਬੂਰੀ ਦੇ ਵੱਸ ਪੈ ਕੇ ਜੇ ਮੈਂ ਚੋਰੀ ਕਰ ਵੀ ਲਈ ਤਾਂ ਇਹਦੇ ਵਿੱਚ ਮੇਰਾ ਕੀ ਦੋਸ਼? ਤੂੰ ਮੈਨੂੰ ਕੋਈ ਹੋਰ ਰਾਹ ਹੀ ਨਹੀਂ ਛੱਡਿਆ। ਮੈਂ ਕੀ ਕਰਦਾ? ਮੈਂ ਆਪਣੇ ਬੱਚਿਆਂ ਨੂੰ
ਵਿਲਕਦਾ ਕਿਵੇਂ ਦੇਖ ਸਕਦਾ ਸੀ। ਮਨ ਹੀ ਮਨ ਅਰਦਾਸ ਕਰ ਰਿਹਾ ਹੈ ਕਿ ਪਰਮਾਤਮਾ ਮੈਨੂੰ ਬਦਨਾਮ ਨਾ ਹੋਣ ਦੇਵੀਂ। ਮੈਂ ਤੇਰੀ ਇੰਨੀ ਭਗਤੀ ਕੀਤੀ ਹੈ, ਮੇਰਾ ਮਾਣ ਰੱਖੀ, ਮੇਰਾ ਮਾਣ ਨਾ ਤੋੜੀ। ਰਾਮ ਲਾਲ ਇਸ ਤਰ੍ਹਾਂ ਦੇ ਖਿਆਲਾਂ ਵਿੱਚ ਖੋਇਆ ਹੋਇਆ ਸੀ ਕਿ ਪੰਚਾਇਤ ਵਿੱਚੋਂ ਇੱਕ ਆਦਮੀ ਨੇ ਉਸ ਨੂੰ ਪੁੱਛਿਆ ਕਿ ਜੋ ਗਾਂ ਤੇਰੇ ਘਰ ਹੈ ਤੂੰ ਉਸ ਨੂੰ ਕਿੱਥੋਂ ਲੈ ਕੇ ਆਇਆ ਹੈ। ਤਾਂ ਰਾਮ ਲਾਲ ਨੇ ਉਹਨਾਂ ਨੂੰ ਕਿਹਾ ਕਿ ਇਹ ਗਾਂ ਮੈਂ ਮੋਗੇ ਦੀ ਪਸ਼ੂ ਮੰਡੀ ਵਿੱਚੋਂ ਖਰੀਦ ਕੇ ਲੈ ਕੇ ਆਇਆ ਹਾਂ। ਤਾਂ ਪੰਚਾਂ ਨੇ ਵਾਰ-ਵਾਰ ਘੁਮਾ ਫਿਰਾ ਕੇ ਰਾਮ ਲਾਲ ਤੋਂ ਸਵਾਲ ਪੁੱਛੇ, ਪਰ ਰਾਮ ਲਾਲ ਆਪਣੇ ਜਵਾਬ ਉੱਤੇ ਅੜਿਆ ਰਿਹਾ ਕਿ ਇਹ ਗਾਂ ਉਹ ਮੋਗੇ ਦੀ ਮੰਡੀ ਵਿੱਚੋਂ ਖਰੀਦ ਕੇ ਲੈ ਕੇ ਆਇਆ ਹੈ। ਫਿਰ ਪੰਚਾਂ ਨੇ ਮੰਦਰ ਦੇ ਪੰਡਤ ਤੋਂ ਪੁੱਛਿਆ ਕਿ ਜੋ ਰਾਮ ਲਾਲ ਦੇ ਕੋਲ ਗਾਂ ਹੈ ਕੀ ਉਹ ਗਊਸ਼ਾਲਾ ਦੀ ਹੈ। ਤਾਂ ਪੰਡਤ ਨੇ ਰਾਮ ਲਾਲ ਦੇ ਵੱਲ ਦੇਖਿਆ ਤੇ ਰਾਮ ਲਾਲ ਨੇ ਆਪਣੀਆਂ ਅੱਖਾਂ ਨੂੰ ਨੀਵਾਂ ਕਰ ਲਿਆ। ਫਿਰ ਪੰਡਤ ਜੀ ਬੋਲੇ ਕਿ ਮੈਨੂੰ ਸ਼ਾਇਦ ਕੋਈ ਭੁਲੇਖਾ ਪੈ ਗਿਆ ਹੈ, ਮੈਂ ਇਸ ਦੇ ਘਰ ਜਾ ਕੇ ਇਸ ਦੀ ਗਾਂ ਨੂੰ ਦੇਖ ਕੇ ਆਇਆ ਹਾਂ, ਉਹ ਗਾਂ ਸਾਡੇ ਮੰਦਰ ਦੀ ਨਹੀਂ ਹੈ। ਪੰਡਤ ਦੇ ਮੂੰਹੋਂ ਇਹ ਜਵਾਬ ਸੁਣ ਕੇ ਰਾਮ ਲਾਲ ਦੇ ਸ਼ਰੀਕ ਬਹੁਤ ਹੈਰਾਨ ਹੋਏ ਤੇ ਫਿਰ ਪੰਚਾਂ ਦੇ ਵਿੱਚ ਘੁਸਰ ਫੁਸਰ ਹੋਣ ਲੱਗੀ ਤੇ ਫਿਰ ਉਹਨਾਂ ਨੇ ਰਾਮ ਲਾਲ ਨੂੰ ਨਿਰਦੋਸ਼ ਕਰਾਰ ਕਰ ਦਿੱਤਾ ਤੇ ਫਿਰ ਰਾਮ ਲਾਲ ਉੱਥੋਂ ਚਲਾ ਗਿਆ। ਰਾਮ ਲਾਲ ਦੇ ਸ਼ਰੀਕ ਜੋ ਪੰਚਾਂ ਨੂੰ ਉਸ ਦੇ ਖਿਲਾਫ ਭੜਕਾ ਰਹੇ ਸੀ, ਪੰਚਾਂ ਨੇ ਸ਼ਰੀਕਾਂ ਦੀ ਖੂਬ ਲੱਥਾ ਲਹਾਈ ਕੀਤੀ। ਫਿਰ ਭਰੇ ਪੀਤੇ ਹੋਏ ਸ਼ਰੀਕ ਪੰਡਤ ਦੇ ਮਗਰ ਮੰਦਰ ਵਿੱਚ ਆ ਗਏ ਤੇ ਕਹਿਣ ਲੱਗੇ, ਪੰਡਤ ਜੀ ਤੁਸੀਂ ਪੁਰੋਹਿਤ ਹੋ ਕੇ ਝੂਠ ਬੋਲਿਆ, ਸਾਨੂੰ ਪਤਾ ਹੈ ਉਹ ਗਾਂ ਮੰਦਰ ਦੀ ਗਊਸ਼ਾਲਾ ਦੀ ਸੀ, ਪਰ ਤੁਸੀਂ ਫਿਰ ਵੀ ਝੂਠ ਬੋਲਿਆ, ਤੁਸੀਂ ਇੱਕ ਬ੍ਰਾਹਮਣ ਹੋ ਕੇ ਅਧਰਮ ਦਾ ਕੰਮ ਕੀਤਾ ਹੈ। ਤਾਂ ਪੰਡਤ ਜੀ ਨੇ ਕਿਹਾ ਕਿ ਜਦੋਂ ਮੈਂ ਰਾਮ ਲਾਲ ਦੇ ਵੱਲ ਦੇਖਿਆ ਤਾਂ ਉਸਨੇ ਆਪਣੀਆਂ ਅੱਖਾਂ ਨੂੰ ਝੁਕਾ ਲਿਆ ਸੀ, ਉਸ ਦੇ ਚਿਹਰੇ ਉੱਤੇ ਪਛਤਾਵਾ ਸਾਫ਼ ਨਜ਼ਰ ਆ ਰਿਹਾ ਸੀ ਤੇ ਮੈਂ ਉਸ ਦੀ ਲਾਚਾਰੀ ਨੂੰ ਸਮਝ ਗਿਆ ਸੀ। ਤੇ ਵੈਸੇ ਵੀ ਕਿਸੇ ਦੀ ਬੇਬਸੀ ਤੇ ਲਾਚਾਰੀ ਨੂੰ ਨਾ ਸਮਝਣ ਤੋਂ ਵੱਡਾ ਹੋਰ ਕੋਈ ਪਾਪ ਨਹੀਂ। ਤੇ ਤੁਸੀਂ ਮੈਨੂੰ ਪੁੰਨ ਪਾਪ ਦਾ ਪਾਠ ਨਾ ਹੀ ਪੜਾਓ। ਜੇਕਰ ਮੈਂ ਸੱਚ ਬੋਲਦਾ ਤਾਂ ਉਸ ਨੂੰ ਸਜ਼ਾ ਹੋ ਜਾਂਦੀ ਤੇ ਫਿਰ ਉਸ ਦੇ ਪਰਿਵਾਰ ਦਾ ਕੀ ਬਣਦਾ, ਉਸ ਦੇ ਪਰਿਵਾਰ ਦਾ ਕੀ ਹਾਲ ਹੁੰਦਾ। ਇਸ ਲਈ ਮੈਂ ਝੂਠ ਬੋਲ ਕੇ ਉਸ ਦੇ ਪਰਿਵਾਰ ਨੂੰ ਇੱਕ ਵੱਡੀ ਮੁਸੀਬਤ ਆਉਣ ਤੋਂ ਬਚਾ ਲਿਆ ਹੈ। ਤੇ ਵੈਸੇ ਵੀ ਜਿਸ ਝੂਠ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੋਵੇ ਉਹ ਝੂਠ ਵੀ ਸੱਚ ਦੇ ਸਮਾਨ ਹੀ ਹੁੰਦਾ ਹੈ। ਅਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਰਾਮ ਲਾਲ ਵੀ ਉੱਥੇ ਆ ਗਿਆ। ਉਸ ਦੇ ਨਾਲ ਉਹ ਗਾਂ ਵੀ ਸੀ ਜੋ ਉਹ ਲੈ ਗਿਆ ਸੀ। ਰਾਮ ਲਾਲ ਨੇ ਪੰਡਤ ਤੋਂ ਮਾਫੀ ਮੰਗੀ। ਉਸਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਦੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਇਸ ਲਈ ਮਜਬੂਰੀ ਦੇ ਵੱਸ ਪੈ ਕੇ ਮੈਂ ਇਹ ਗਲਤ ਕਦਮ ਚੁੱਕ ਲਿਆ ਤੇ ਇਹ ਗਲਤ ਕਦਮ ਚੁੱਕਣ ਤੋਂ ਬਾਅਦ ਮੈਨੂੰ ਬਹੁਤ ਪਛਤਾਵਾ ਹੋਇਆ ਤੇ ਤੁਸੀਂ ਮੇਰੀ ਲਾਜ ਰੱਖੀ, ਮੇਰੇ ਵਾਸਤੇ ਇੰਨਾ ਹੀ ਬਹੁਤ ਹੈ। ਪੰਡਤ ਜੀ ਨੇ ਰਾਮ ਲਾਲ ਨੂੰ ਕਿਹਾ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਫਿਰ ਪੰਡਤ ਜੀ ਅੱਗੇ ਬੋਲੇ ਕਿ ਇਹ ਗਾਂ ਹੁਣ ਤੋਂ ਤੇਰੀ ਹੈ, ਮੈਂ ਤੇਰੀ ਆਰਥਿਕ ਹਾਲਤ ਨੂੰ ਸਮਝਦਾ ਹਾਂ। ਰਾਮ ਲਾਲ ਬੋਲਿਆ, ਪਰ ਪੰਡਤ ਜੀ ਇਹ ਗਾਂ। ਪੰਡਤ ਜੀ ਰਾਮ ਲਾਲ ਦੀ ਗੱਲ ਨੂੰ ਕੱਟਦੇ ਹੋਏ ਬੋਲੇ ਕਿ ਤੂੰ ਸਮਝ, ਮੈਂ ਤੈਨੂੰ ਇਹ ਗਾਂ ਵੇਚੀ ਹੈ, ਜਦੋਂ ਤੇਰੇ ਕੋਲ ਪੈਸੇ ਆ ਗਏ ਤੂੰ ਇਸ ਦੀ ਕੀਮਤ ਚੁਕਾ ਦੇਵੀਂ। ਤੇ ਪੰਡਤ ਜੀ ਨੇ ਰਾਮ ਲਾਲ ਦੀ ਪੈਸੇ ਧੇਲੇ ਨਾਲ ਮਦਦ ਕੀਤੀ ਤੇ ਪਿੰਡ ਵਾਲਿਆਂ ਨੂੰ ਉਸ ਦੀ ਮਦਦ ਕਰਨ ਵਾਸਤੇ ਕਿਹਾ। ਰਾਮ ਲਾਲ ਬਹੁਤ ਖੁਸ਼ ਹੋਇਆ ਤੇ ਖੁਸ਼ੀ-ਖੁਸ਼ੀ ਆਪਣੀ ਗਾਂ ਨੂੰ ਲੈ ਕੇ ਘਰ ਚਲਾ ਗਿਆ ਤੇ ਮਨ ਹੀ ਮਨ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਤੇ ਪਰਮਾਤਮਾ ਨੂੰ ਬੁਰਾ ਭਲਾ ਕਹਿਣ ਦੇ ਲਈ ਉਸ ਤੋਂ ਮਾਫੀ ਮੰਗਦਾ ਹੈ। ਦੋਸਤੋ, ਜੇਕਰ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਹੈ ਨਾ ਤਾਂ ਨਿਸ਼ਚਿੰਤ ਰਹੋ, ਕਿਉਂਕਿ ਪਰਮਾਤਮਾ ਕਦੇ ਵੀ ਆਪਣੇ ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ। ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।